सतगुर की जिस नौबत आवे, सो सतगुर माहे समाना। एहो बाणी जो जियो जाने, तिस अंतर रवै हर नामा। वाहिगुरु साहिब जियो, ए शरीरा मेरिया, हर तुम मह जोत रखी, ता तू जग मह आया। हर जोत रखी तुद विच, ता तू जग मह आया। हर आपे माता आपे पिता, जिन जियो उपाए जगत दिखाया। गुर प्रसादी बुझिया, तां चलत हुआ, चलत नदरी आया। कह नानक सृष्ट का मूल रचिया, जोत राखी ता तू जग में आया। कह नानक सृष्ट का मूल रचिया, जोत राखी ता तू जग में आया। वाहिगुरु जी का खालसा, वाहिगुरु जी की फतेह। धन धन साहिब श्री गुरु ग्रंथ साहिब महाराज पातशाह जी ने पावन पवित्र हजूरी अंदर सुवाई मान गुरु प्यारी गुरु सवारी साध संगत जीओ, आप जी वडभागे हो गुरु चरणों विच बैठ के रबी बाणी का परम आनंद रस माण रहे हो। आओ समा है गुरमत विचारां दा। धन गुरु गुरु अमरदास महाराज पातशाह जी की पवित्र बाणी आनंद साहिब की 33वीं पौड़ी आप जी ने हुणे श्रवण की है। ते मेरे पातशाह जी ने इस पावन पौड़ी के अंदर कृपा बख्शिश की है। ए शरीरा मेरिया, हर तू मैं जोत रखी, ता तू जग में आया। हुण अपने शरीर नूं संबोधन होके बचन कीता है। मानो शरीर नूं सामने रखे है, अपने शरीर दे नाल गलबात की है। इस तो पहली पौड़ी विच महाराज पातशाह जी ने रसना नूं संबोधन होके बचन कीते सन। ए रसना तू अनरस राज रही, तेरी प्यास न जाए। ते महाराज ने इस रसना नूं, इस जुबान नूं समझाया सी कि जिन्ना चिर हरि दे सिमरन दा रस तैनूं प्राप्त नहीं हुंदा, उन्ना चिर तू तृप्त नहीं होना, उन्ना चिर तेरी ये प्यास नहीं बुझणी, ते तू संसार दे भांत भांत दे रसां कसां विच ही पिया ही रहना। अज महाराज पातशाह जी ने इस शरीर की गल की है। ते इस शरीर नूं आख्या भी हे शरीर, तेरा की वजूद है। जिस चीज का मनुख हंकार करता है, पातशाह आखदे ने, जिस तन धन का तुम गर्भ करत हो, सो धन किसे न आप। इस तन धन को क्या गर्भैया, इस तन अते धन का कादा मान, कादा गर्भ। क्यों? क्योंकि ये शरीर रब दी जोत दे कारण है। जे रब दी अंदर जोत ना होवे तो ये शरीर किसी काम का नहीं। शरीर उन्ना चिर ही काम करता है जिन्ना चिर अंदर जोत है। जोत तो बिना शरीर का कोई काम नहीं।
ਜੇ ਵਿੱਚ ਜੋਤ ਨਾ ਹੋਵੇ ਤੇ ਸਰੀਰ ਨਾ ਖਾ ਸਕਦਾ, ਨਾ ਬੋਲ ਸਕਦਾ, ਨਾ ਚੱਲ ਸਕਦਾ, ਨਾ ਹਿਲ ਸਕਦਾ, ਕੋਈ ਵੀ ਕੰਮ ਨਹੀਂ ਕਰ ਸਕਦਾ। ਉਹ ਜਿਹੜੀ ਸਾਡੇ ਅੰਦਰ ਜੋਤ ਹੈ, ਸਾਰਾ ਕੰਮ ਉਸੇ ਜੋਤ ਦਾ ਹੈ। ਉਹ ਜੋਤ ਹੀ ਇਹ ਸਾਰੀ ਖੇਡ ਨੂੰ ਵਰਤਾ ਰਹੀ। ਮਨੁੱਖ ਉਸ ਜੋਤ ਦੇ ਹੁੰਦਿਆਂ ਹੋਇਆਂ ਹੀ ਸਾਰੇ ਕਰਮ ਕਰ ਰਿਹਾ ਹੈ। ਜਿੱਦਣ ਇਸ ਵਿੱਚੋਂ ਜੋਤ ਨਿਕਲ ਜਾਵੇ ਫਿਰ ਕੋਈ ਕੰਮ ਨਹੀਂ ਕਰ ਸਕਦਾ। ਮੇਰੇ ਪਾਤਸ਼ਾਹ ਜੀ ਨੇ ਇਹ 5 ਤੱਤਾਂ ਦਾ ਸਰੀਰ ਬਣਾਇਆ। ਆਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। 5 ਤੱਤਾਂ ਨਾਲ ਤੇਰੇ ਇਹ ਸਰੀਰ ਦੀ ਬਣਤਰ ਬਣੀ ਹੈ। ਅੱਗ, ਪਾਣੀ, ਹਵਾ, ਆਕਾਸ਼, ਧਰਤੀ, ਇਹ 5 ਤੱਤ ਨੇ। ਇਹਨਾਂ 5 ਤੱਤਾਂ ਨੂੰ ਇਕੱਠਿਆਂ ਕਰਕੇ ਇਹ ਸਰੀਰ ਦੀ ਰਚਨਾ ਹੋਈ। ਇਸ ਸਰੀਰ ਦੀ ਬਣਤਰ ਜਿਹੜੀ ਹੈ ਉਹ ਮਾਂ ਦੇ ਗਰਭ ਵਿੱਚ ਹੁੰਦੀ ਹੈ। ਪਾਣੀ ਮੈਲਾ ਮਾਟੀ ਗੋਰੀ, ਉਸ ਮਾਟੀ ਤੇ ਪੁੱਤਰੀ ਜੋਰੀ। ਸਭ ਆਖਦੇ ਨੇ ਇਹ ਸਰੀਰ ਦੀ ਬਣਤਰ ਬਣੀ। ਫਿਰ ਇਹ ਸਰੀਰ ਨੂੰ ਬਣਾਉਣ ਵਾਲਾ ਕੌਣ ਹੈ? ਅਕਾਲ ਪੁਰਖ। ਤੈਨੂੰ ਇਸ ਸੰਸਾਰ ਵਿੱਚ ਲੈ ਕੇ ਆਉਣ ਵਾਲਾ ਕੌਣ ਹੈ? ਅਕਾਲ ਪੁਰਖ। ਇਸ ਸਰੀਰ ਅੰਦਰ ਜੋਤ ਟਿਕਾਉਣ ਵਾਲਾ ਕੌਣ ਹੈ? ਅਕਾਲ ਪੁਰਖ। ਸਰੀਰ ਨੂੰ ਬਣਾਇਆ ਅਕਾਲ ਪੁਰਖ ਨੇ, ਇਸ ਸਰੀਰ ਦੇ ਵਿੱਚ ਜੋਤ ਟਿਕਾਈ ਅਕਾਲ ਪੁਰਖ ਨੇ, ਸੰਸਾਰ ਵਿੱਚ ਤੈਨੂੰ ਭੇਜਿਆ ਅਕਾਲ ਪੁਰਖ ਨੇ। ਫਿਰ ਇੱਥੇ ਆ ਕੇ ਵੀ ਤੇਰੀ ਪਾਲਣਾ ਕਰ ਰਿਹਾ ਹੈ, ਉਹ ਅਕਾਲ ਪੁਰਖ ਕਰ ਰਿਹਾ ਹੈ। ਤੇ ਮਨੁੱਖ ਉਸੇ ਅਕਾਲ ਪੁਰਖ ਨੂੰ ਭੁੱਲਿਆ ਹੋਇਆ। ਪਾਤਸ਼ਾਹ ਜੀ ਨੇ ਬੜੀ ਪਿਆਰੀ ਅੱਜ ਦੀ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ। ਸਹਿਬ ਆਖਦੇ ਨੇ, ਰੱਬੀ ਬਾਣੀ ਦਾ ਇੱਕ ਬਚਨ ਪੜ੍ਹਦੇ ਆ। ਗੁਰਦੇਵ ਆਖਦੇ ਨੇ, ਜਿਉ ਪਾਏ ਪਿੰਡ ਜਿਨ ਸਾਜਿਆ। ਜਿਉ ਪਿੰਡ ਜਿੰਦ। ਜਿਸ ਅਕਾਲ ਪੁਰਖ ਨੇ ਇਸ ਪਿੰਡ ਰੂਪੀ ਸਰੀਰ ਦੀ ਰਚਨਾ ਕੀਤੀ ਨਾ, ਉਹਨੇ ਇਹਦੇ ਵਿੱਚ ਜਿੰਦ ਵੀ ਟਿਕਾਈ, ਜੋਤ ਵੀ ਉਹਨੇ ਟਿਕਾਈ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਫਿਰ ਉਹਨੇ ਇਹ ਨਹੀਂ ਵੀ ਜੋਤ ਪਾ ਕੇ ਤੇ ਛੱਡ ਦਿੱਤਾ, ਨਹੀਂ, ਬਲਕਿ ਇਸ ਦੇਹੀ ਨੂੰ ਕੱਜਣ ਵਾਸਤੇ ਕੱਪੜੇ ਦਿੱਤੇ, ਇਸ ਦੇਹੀ ਨੂੰ ਚਲਾਉਣ ਵਾਸਤੇ ਅੰਨ ਭੋਜਨ ਦਾ ਪ੍ਰਬੰਧ ਕਰਕੇ ਦਿੱਤਾ। ਬਲਕਿ ਮਹਾਰਾਜ ਪਾਤਸ਼ਾਹ ਜੀ ਤੇ ਬਾਣੀ ਅੰਦਰ ਕਿਰਪਾ ਕਰਦੇ ਨੇ ਕਿ ਤੇਰੇ ਅੰਦਰ ਇਹ ਭਾਵਨਾ ਬਣ ਜਾਏ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਕਿਤੇ ਤੈਨੂੰ ਸਮਝ ਲੱਗ ਜਾਵੇ ਵੀ ਉਸ ਅਕਾਲ ਪੁਰਖ ਨੇ ਜੋਤ ਟਿਕਾਈ ਏ, ਜਿੰਦ ਇਹਦੇ ਸਰੀਰ ਵਿੱਚ ਪਾਈ ਏ, ਤੇ ਸਰੀਰ ਜਿਹੜਾ ਕੰਮ ਕਰ ਰਿਹਾ ਹੈ। ਨਹੀਂ ਤਾਂ ਉਹਦੀ ਜੋਤ, ਉਹਦੀ ਸ਼ਕਤੀ ਤੋਂ ਬਿਨਾ ਇਹ ਸਰੀਰ ਕੋਈ ਵੀ ਕੰਮ ਨਹੀਂ ਕਰ ਸਕਦਾ। ਤੇ ਬੰਦਾ ਇਸੇ ਸਰੀਰ ਦਾ ਮਾਣ ਕਰਕੇ ਲਗਾ ਫਿਰਦਾ। ਅਕਸਰ ਮਨੁੱਖ ਆਪਣੇ ਸਰੀਰ ਦੇ ਅੰਗਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਪਰ ਇਹਨਾਂ ਅੰਗਾਂ ਨੂੰ ਚਲਾਉਣ ਵਾਲਾ ਕੌਣ ਹੈ? ਇਹਨਾਂ ਨੂੰ ਬਣਾਉਣ ਵਾਲਾ ਕੌਣ ਹੈ? ਇਹਨਾਂ ਵਿੱਚ ਤਾਕਤ ਪਾਉਣ ਵਾਲਾ ਕੌਣ ਹੈ? ਅੱਖਾਂ ਤੇ ਤੇਰੇ ਕੋਲ ਹਨ, ਪਰ ਅੱਖਾਂ ਵਿੱਚ ਜਿੰਨਾ ਚਿਰ ਜੋਤ ਨਾ ਪਾਵੇ ਉਹਨਾਂ ਚਿਰ ਤੂੰ ਵੇਖ ਸਕਦਾ। ਕੰਨ ਤੇ ਹਨ, ਪਰ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਨਾ ਪਾਵੇ ਤਾਂ ਸੁਣ ਸਕਦਾ। ਜ਼ੁਬਾਨ ਤਾਂ ਹੈ, ਪਰ ਜ਼ੁਬਾਨ ਅੰਦਰ ਬੋਲਣ ਦੀ ਤਾਕਤ ਨਾ ਪੈਦਾ ਕਰੇ, ਤੂੰ ਬੋਲ ਸਕਦਾ ਹੈ? ਜੇ ਤੇਰੀ ਇਸ ਜ਼ੁਬਾਨ ਵਿੱਚ ਰਸ ਨਾ ਪੈਦਾ ਕਰੇ ਤੇ ਤੂੰ ਕੁਝ ਭੋਜਨ ਛਕ ਕੇ ਰਸ ਦਾ ਆਨੰਦ ਲੈ ਸਕਦਾ ਹੈ? ਸਭ ਕਹਿੰਦੇ ਨਹੀਂ, ਸਰੀਰ ਵੀ ਬਣਾਇਆ ਹੈ ਤੇ ਸਰੀਰ ਦੇ ਵਿੱਚ ਜੋਤ ਵੀ ਟਿਕਾਈ ਹੈ, ਪਰ ਇਸ ਸਾਰੇ ਸਰੀਰ ਨੂੰ ਚਲਾਉਣ ਵਾਲਾ ਅਕਾਲ ਪੁਰਖ ਹੈ। ਇਸ ਕਰਕੇ ਗੁਰਦੇਵ ਨੇ ਬਾਣੀ ਅੰਦਰ ਕਿਰਪਾ ਕੀਤੀ। ਪਾਤਸ਼ਾਹ ਆਖਦੇ ਨੇ, ਜੇ ਤੂੰ ਰੱਬ ਨਾਲ ਮਿਲਣਾ ਚਾਹੁੰਦਾ ਹੈ ਤੇ ਫਿਰ ਜਾਤ ਦੀ ਗੱਲ ਨਾ ਕਰੀ, ਫਿਰ ਤੂੰ ਜੋਤ ਦੀ ਗੱਲ ਕਰ। ਕਿਉਂ? ਜੋਤ ਦੇ ਨਾਲ ਜੁੜੇਗਾ ਤੇ ਸਾਰੀ ਕਾਇਨਾਤ ਨਾਲ ਜੁੜ ਜਾਵੇਗਾ। ਉਹਦਾ ਕਾਰਨ ਇਹ ਹੈ ਕਿ ਜੋਤ ਸਾਰਿਆਂ ਵਿੱਚ ਅਕਾਲ ਪੁਰਖ ਦੀ ਹੈ। ਬਚਨ ਪੜ੍ਹਦੇ ਆ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜੇ ਤੂੰ ਉਹਦੀ ਜੋਤ ਨਾਲ ਜੁੜੇਗਾ ਤੇ ਫਿਰ ਤੂੰ ਸਾਰੀ ਕਾਇਨਾਤ ਕੁਦਰਤ ਨਾਲ ਜੁੜ ਜਾਵੇਂਗਾ, ਫਿਰ ਸਾਰੇ ਤੈਨੂੰ ਆਪਣੇ ਲੱਗਣਗੇ। ਪਰ ਜੇ ਤੂੰ ਜਾਤ ਨਾਲ ਜੁੜੇਗਾ ਫਿਰ ਤੂੰ ਕਿਸੇ ਇੱਕ ਸ਼ਰੀਰੀ ਨਾਲ ਜੁੜੇਗਾ, ਇੱਕ ਕਿੱਤੇ ਨਾਲ ਜੁੜ ਜਾਵੇਂ, ਕੁਝ ਲੋਕਾਂ ਨਾਲ ਜੁੜੇਗਾ।
ਵੀ ਆ ਸਿਰਫ ਮੇਰੀ ਜਾਤ ਦੇ ਨੇ, ਤੇ ਜਿਹੜੇ ਦੂਜੀ ਜਾਤ ਦੇ ਜਿਨ੍ਹਾਂ ਨੂੰ ਤੂੰ ਮੰਨਦਾ ਹੈ ਇਹਦਾ ਮਤਲਬ ਫਿਰ ਉਹ ਤੇਰੇ ਨਹੀਂ। ਪਰ ਗੁਰਬਾਣੀ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਹਮੇਸ਼ਾ ਜੋਤ ਦੀ ਪਛਾਣ ਕਰ, ਜਾਤ ਰੱਬ ਦੇ ਦਰ ਤੇ ਨਹੀਂ ਪੁੱਛੀ ਜਾਂਦੀ ਵੀ ਤੇਰੀ ਜਾਤ ਕੀ ਹੈ। ਉੱਥੇ ਨਹੀਂ ਪੁੱਛਿਆ ਜਾਣਾ ਵੀ ਤੇਰੀ, ਤੂੰ ਕਹਵੇਂ ਕਿ ਮੈਂ ਤੇ ਬੜੀ ਉੱਚੀ ਜਾਤ ਦਾ ਵਾਂ ਜੀ ਮੈਨੂੰ ਛੱਡ ਦਿਓ, ਕਹਿਣ ਲੱਗੇ ਨਹੀਂ, ਉੱਥੇ ਜਾਤ ਨਹੀਂ, ਉੱਥੇ ਜੋਤ ਦੀ ਗੱਲ ਕਿ ਜਿੰਨਾ ਚਿਰ ਤੇਰੇ ਸਰੀਰ ਵਿੱਚ ਇਹਦੀ ਜੋਤ ਪਰਮਾਤਮਾ ਦੀ ਵਰਤਦੀ ਸੀ ਉਹਨਾਂ ਚਿਰ ਤੂੰ ਕੀ ਕੀਤਾ। ਹੋਰ ਬਚਨ ਪੜ੍ਹਦੇ ਆ, ਕਬੀਰ ਸਾਹਿਬ ਦਾ ਬੜਾ ਪਿਆਰਾ ਬਚਨ ਹੈ। ਕਬੀਰ ਸਾਹਿਬ ਆਖਦੇ ਨੇ, ਜਗ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੁੱਝੈ। ਜਿੰਨਾ ਚਿਰ ਬੰਦੇ ਦੇ ਸਰੀਰ ਵਿੱਚ ਰੱਬ ਦੀ ਜੋਤ ਰਹਿੰਦੀ ਹੈ, ਕਹਿਣ ਲੱਗੇ ਉਹਨਾਂ ਚਿਰ ਬੰਦਾ ਸਮਝਦਾ ਨਹੀਂ। ਤੇ ਕਹਿਣ ਲੱਗੇ ਲਾਲਚ ਕੀ ਕਰਦਾ ਹੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਬਲਕਿ ਇਹਦੀ ਹਾਲਤ ਇਹ ਹੈ ਕਿ ਇਹ ਅੱਖਾਂ ਨਾਲ ਵੇਖਦਾ ਹੋਇਆ ਵੀ ਉਸ ਪਰਮਾਤਮਾ ਪ੍ਰਭੂ ਪਰਮੇਸ਼ਰ ਦੇ ਚਰਨਾਂ ਨਾਲ ਨਹੀਂ ਜੁੜਦਾ, ਬਲਕਿ ਜਾਤਾਂ ਪਾਤਾਂ ਵਿੱਚ ਪੈ ਕੇ ਖਿੰਡਿਆ ਹੀ ਰਹਿੰਦਾ, ਵੰਡਿਆ ਹੀ ਰਹਿੰਦਾ। ਤਾਂ ਮੇਰੇ ਸਾਹਿਬ ਬੜੀ ਕਿਰਪਾ ਕਰਦੇ ਨੇ ਰੱਬੀ ਬਾਣੀ ਅੰਦਰ, ਸਾਨੂੰ ਇਸ ਪੌੜੀ ਦੇ ਰਾਹੀਂ ਉਸ ਜੋਤ ਨਾਲ ਜੋੜਨ ਦਾ ਯਤਨ ਕਰਦੇ ਨੇ, ਜਿਹੜੀ ਜੋਤ ਸਾਡੇ ਅੰਦਰ ਵੀ ਹੈ, ਤੁਹਾਡੇ ਅੰਦਰ, ਸਾਰਿਆਂ ਵਿੱਚ ਜੋਤ ਹੈ। ਜਿਹਨੂੰ ਰੱਬੀ ਬਾਣੀ ਅੰਦਰ ਭਗਤਾਂ ਨੇ ਆਖਿਆ ਏਕ ਨੂਰ ਤੇ ਸਭ ਜਗ ਉਪਜਿਆ। ਉਹ ਨੂਰ ਕੀ ਹੈ? ਇੱਕੋ ਜੋਤ। ਉਹ ਨੂਰ ਕੀ ਹੈ? ਇੱਕ ਜੋਤ ਹੀ ਤਾਂ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ, ਕੋ ਮੰਦੇ ਜਿਤਨ ਜੋਤ ਨਾਲ ਜੁੜ ਜਾਵੇਗਾ ਉਦਨ ਫਿਰ ਕੋਈ ਚੰਗਾ ਜਾਂ ਮਾੜਾ ਨਹੀਂ ਹੈ। ਉਦਨ ਤਾਂ ਫਿਰ ਸਾਰਿਆਂ ਵਿੱਚ ਰੱਬ ਦੀ ਜੋਤ ਹੈ। ਉਦੋਂ ਪਤਾ ਲੱਗ ਗਿਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਣ। ਮੇਰੇ ਵਿੱਚ ਵੀ ਜੋਤ ਹੈ, ਇਹਦੇ ਵਿੱਚ ਵੀ ਰੱਬ ਦੀ ਜੋਤ ਹੈ, ਮੇਰੇ ਵਿੱਚ ਵੀ ਰੱਬ ਦਾ ਵਸ ਹੈ, ਇਹਦੇ ਵਿੱਚ ਵੀ ਰੱਬ ਦਾ ਵਸ ਹੈ। ਫਿਰ ਫਰਕ ਕੀ, ਅੰਤਰ ਕੀ, ਭੇਦ ਕੀ ਹੈ? ਤਾਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਤੂੰ ਦੁਨੀਆ ਵਿੱਚ ਆਇਆ ਨਾ ਕਦੋਂ? ਜਦੋਂ ਤੇਰੇ ਵਿੱਚ ਜੋਤ ਰੱਖੀ। ਤੇ ਬੰਦੇ ਦੀ ਕਦਰ ਵੀ ਉਦੋਂ ਹੀ ਪੈਂਦੀ ਹੈ ਨਾ ਜਦੋਂ ਬੰਦੇ ਵਿੱਚ ਜੋਤ ਹੋਵੇ। ਤੇ ਜੋਤ ਹੀ ਨਹੀਂ ਤੇ ਫਿਰ ਬੰਦੇ ਦਾ ਤਾਂ ਕੋਈ ਕੰਮ ਹੀ ਨਹੀਂ, ਸਰੀਰ ਦਾ ਕੀ ਕੰਮ ਹੈ ਫਿਰ? ਤਾਂ ਮੇਰੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਨੇ ਜਦੋਂ ਜੋਤ ਤੇਰੇ ਅੰਦਰ ਰੱਖੀ, ਤੂੰ ਇਸ ਸੰਸਾਰ ਵਿੱਚ ਆਇਆ, ਇਸ ਜਗਤ ਵਿੱਚ ਆਇਆ। ਪਰ ਇਸ ਜਗਤ ਦੇ ਵਿੱਚ ਆ ਕੇ ਮਨੁੱਖ ਕਰਦਾ ਕੀ ਹੈ? ਕਬੀਰ ਸਾਹਿਬ ਨੇ ਇੱਕ ਬੜਾ ਪਿਆਰਾ ਬਚਨ ਉਚਾਰਨ ਕੀਤਾ। ਉਹ ਆਖਦੇ ਨੇ, ਕਹਿਣ ਲੱਗੇ ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਜਾਏ। ਇੱਕ ਬੰਦਾ ਸੀ, ਕਹਿਣ ਲੱਗੇ ਉਹਨੇ ਅੱਖਾਂ ਦੇ ਉੱਤੇ ਪੱਟੀ ਬੰਨ ਲਈ ਤੇ ਪੱਟੀ ਬੰਨ ਕੇ ਅੰਨਾ ਹੋਇਆ ਫਿਰਦਾ ਹੈ, ਤੁਰਿਆ ਜਾ ਰਿਹਾ। ਕਿੰਨੇ ਰੱਬ ਦੇ ਕੀਮਤੀ ਗੁਣ, ਕਹਿਣ ਲੱਗੇ ਹੀਰੇ ਮੋਤੀ ਇਸ ਤਰ੍ਹਾਂ ਪਏ ਹੋਏ ਨੇ, ਪਰ ਅੱਖਾਂ ਤੇ ਪੱਟੀ ਹੋਣ ਕਾਰਨ ਇਹਨੂੰ ਦਿਸਦੇ ਨਹੀਂ, ਇਹਨੂੰ ਨਜ਼ਰ ਨਹੀਂ ਆਉਂਦੇ, ਪਰ ਲੰਘੀ ਜਾ ਰਿਹਾ, ਕੋਲੋਂ ਦੀ ਗੁਜ਼ਰੀ ਜਾ ਰਿਹਾ ਹੈ। ਕਹਿਣ ਲੱਗੇ ਮਾਰਗ ਮੋਤੀ ਬਿਥਰੇ, ਜਿਸ ਰਸਤੇ ਤੋਂ ਤੁਰਦਾ ਜਾ ਰਿਹਾ ਉਸ ਰਸਤੇ ਦੇ ਉੱਤੇ ਬੜੇ ਕੀਮਤੀ ਹੀਰੇ ਮੋਤੀ ਪਏ ਨੇ ਰੱਬੀ ਗੁਣਾਂ ਦੇ, ਪਰ ਬੰਦਾ ਅੱਖਾਂ ਤੇ ਪੱਟੀ ਬੰਨ੍ਹ ਕੇ ਅਗਿਆਨਤਾ ਦੀ ਤੁਰਿਆ ਜਾਂਦਾ ਹੈ। ਇਹ ਕਦੀ ਵੇਖਦਾ ਨਹੀਂ। ਕਿਉਂ? ਕਿਉਂਕਿ ਅਸਲ ਦੇ ਵਿੱਚ ਇਹਨੂੰ ਜੋਤ ਦੀ ਸਮਝ ਨਹੀਂ, ਇਹਨੂੰ ਸਮਝ ਨਹੀਂ। ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਜਾਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਕਹਿਣ ਲੱਗੇ ਅਕਾਲ ਪੁਰਖ ਪਰਮਾਤਮਾ ਦੀ ਜੋਤ ਤੋਂ ਬਿਨਾ ਇਸ ਸੰਸਾਰ ਦੇ ਅੰਦਰ ਮਨੁੱਖ, ਕਹਿਣ ਲੱਗੇ ਅਜਾਈ ਜਾ ਰਿਹਾ। ਭਾਵ ਉਹਦੀ ਜੋਤ ਨੂੰ ਸਮਝੇ ਬਿਨਾ, ਉਹਦੀ ਜੋਤ ਨੂੰ ਪ੍ਰਗਟ ਕੀਤੇ ਬਿਨਾ, ਉਹਦੇ ਪਰਮਾਤਮਾ ਪ੍ਰਭੂ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਬਿਨਾ, ਉਹਦੀ ਬਖਸ਼ਿਸ਼, ਉਹਦੀ ਰਹਿਮਤ ਤੇ ਕਿਰਪਾ ਤੋਂ ਬਿਨਾਂ ਸੰਸਾਰ ਵਿੱਚੋਂ ਚਲਾ ਜਾਂਦਾ ਹੈ। ਉਹਦੀ ਕਿਰਪਾ ਤੇ ਹਰ ਥਾਂ ਤੇ ਵਰਤ ਰਹੀ ਹੈ, ਰਹਿਮਤ ਬਖਸ਼ਿਸ਼ ਵਰਤ ਰਹੀ ਹੈ, ਪਰ ਮਨੁੱਖ ਉਹਦੇ ਤੋਂ ਅਧੂਰਾ ਹੀ ਚਲਾ ਜਾਂਦਾ ਹੈ। ਤਾਂ ਗੁਰਦੇਵ ਪਾਤਸ਼ਾਹ ਜੀ ਨੇ ਅੱਜ ਸਰੀਰ ਨੂੰ ਸੰਬੋਧਨ ਹੋ ਕੇ ਬਚਨ ਕੀਤੇ ਨੇ, ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਇਹ ਮੇਰੇ ਸਰੀਰ, ਜਦੋਂ ਰੱਬ ਨੇ ਤੇਰੇ ਅੰਦਰ ਜੋਤ ਟਿਕਾਈ ਸੀ ਨਾ, ਤੇ ਤੂੰ ਉਦੋਂ ਇਸ ਸੰਸਾਰ ਵਿੱਚ ਆਇਆ ਸੈ।
ਤੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਇਹ ਤੂੰ ਚੰਗੀ ਤਰ੍ਹਾਂ ਯਕੀਨ ਕਰਕੇ ਮੰਨ ਲੈ, ਸਮਝ ਲੈ ਕਿ ਉਹਨੇ ਜੋਤ ਰੱਖੀ ਹੈ ਤੇ ਤੂੰ ਸੰਸਾਰ ਵਿੱਚ ਆਇਆ। ਜੋਤ ਨਾ ਰੱਖਦਾ ਤੇ ਤੂੰ ਕਿਵੇਂ ਆ ਜਾਂਦਾ? ਦੋ ਵਾਰੀ ਗੱਲ ਮਹਾਰਾਜ ਨੇ ਸਮਝਾਈ ਤਾਂ ਕਿ ਬੰਦੇ ਨੂੰ ਯਕੀਨੀ ਗੱਲ ਪੱਕੀ ਹੋ ਜਾਵੇ। ਇਸ ਸਰੀਰ ਦਾ ਮਾਣ ਨਾ ਹੋਵੇ, ਹੰਕਾਰ ਨਾ ਹੋਵੇ, ਬਲਕਿ ਨਿਮਰਤਾ ਵਿੱਚ ਝੁਕਿਆ ਹੋਇਆ ਉਸ ਮਾਲਕ ਦੀ ਜੋਤ ਨਾਲ ਜੁੜਿਆ ਹੋਇਆ ਤੇ ਗੁਣਾਂ ਨੂੰ ਗਾਣ ਦੀ ਜਾਚ ਆ ਜਾਵੇ। ਤੇ ਮੇਰੇ ਪਾਤਸ਼ਾਹ ਆਖਦੇ ਨੇ ਕਿ ਉਸ ਮਾਲਕ ਨੇ ਜੋਤ ਟਿਕਾਈ ਤੇ ਤੂੰ ਸੰਸਾਰ ਵਿੱਚ ਆਇਆ। ਅੱਗੇ ਬਖਸ਼ਿਸ਼ ਕਰਦੇ ਨੇ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ। ਸਾਡੇ ਮਾਂ-ਬਾਪ, ਇੱਕ ਮਾਂ-ਬਾਪ ਉਹ ਹੈ ਜਿਨੇ ਇਹ ਸਰੀਰ ਨੂੰ ਇਸ ਸੰਸਾਰ ਵਿੱਚ ਆਉਣ ਦਾ ਜਰੀਆ ਬਣਿਆ। ਇੱਕ ਮਾਂ-ਬਾਪ ਤੇ ਉਹ ਨੇ ਨਾ ਜਿਨ੍ਹਾਂ ਦੇ ਰਾਹੀਂ ਆਪਾਂ ਸੰਸਾਰ ਵਿੱਚ ਆਏ ਹਾਂ, ਜਿਨ੍ਹਾਂ ਦੇ ਰਾਹੀਂ ਸਾਨੂੰ ਇਹ ਸਰੀਰ ਮਿਲਿਆ। ਇੱਕ ਮਾਂ-ਬਾਪ ਹੈ ਗੁਰੂ, ਕਿਉਂਕਿ ਗੁਰੂ ਦੇ ਰਾਹੀਂ ਵੀ ਸਾਡਾ ਜਨਮ ਹੁੰਦਾ ਹੈ। ਸਤਿਗੁਰੂ ਕਹਿ ਜਨਮੈ ਗਵਨ ਮਿਟਾਇਆ। ਗੁਰੂ ਦੇ ਘਰ ਜਿੱਦਣ ਜਨਮ ਹੋਵੇਗਾ ਉਦਣ ਫਿਰ ਸਾਡੀ ਸੰਸਾਰ ਦੀ ਜਿਹੜੀ ਸੋਚ ਹੈ, ਸੰਸਾਰਕ ਵਿਚਾਰਧਾਰਾ ਹੈ, ਉਹ ਖਤਮ ਹੋਵੇਗੀ। ਗੁਰੂ ਦੀ ਵਿਚਾਰਧਾਰਾ ਦਾ ਸਾਡੇ ਜੀਵਨ ਵਿੱਚ ਜਨਮ ਹੋਵੇਗਾ, ਆਗਮਨ ਹੋਵੇਗਾ, ਉਦਣ ਸਾਡਾ ਨਵਾਂ ਜਨਮ ਹੋਵੇਗਾ। ਇਹਨੂੰ ਪਾਤਸ਼ਾਹ ਨੇ ਬਾਣੀ ਵਿੱਚ ਇਸ ਤਰ੍ਹਾਂ ਵੀ ਆਖਿਆ, ਸ਼ਬਦ ਮਰੋ ਫਿਰ ਜੀਵੋ ਸਦਕੀ ਤਾਂ ਫਿਰ ਮਰਨ ਨਾ ਹੋਏ। ਸ਼ਬਦ ਦੇ ਰਾਹੀਂ, ਗਿਆਨ ਦੇ ਰਾਹੀਂ, ਗੁਰੂ ਬਾਣੀ ਦੇ ਰਾਹੀਂ, ਗੁਰੂ ਦੇ ਰਾਹੀਂ ਸਾਡਾ ਇੱਕ ਨਵਾਂ ਜਨਮ ਹੁੰਦਾ ਹੈ। ਪਹਿਲਾਂ ਸਾਡਾ ਜੀਵਨ ਕੁਛ ਹੋਰ ਹੁੰਦਾ ਸੀ, ਪਰ ਗੁਰੂ ਦੇ ਨਾਲ ਜੁੜਨ ਤੋਂ ਬਾਅਦ ਪਹਿਲਾਂ ਕੇਵਲ ਜੀਵਨ ਕੀ ਸੀ? ਪਹਿਲਾਂ ਕੇਵਲ ਸਿੱਖ, ਪਰ ਜਿੱਦਣ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਉਦਣ ਗੁਰਸਿੱਖ ਬਣ ਗਿਆ। ਕਿਉਂਕਿ ਉਦਣ ਗੁਰੂ ਨਾਲ ਜੁੜ ਗਿਆ, ਉਦਣ ਗੁਰਸਿੱਖ ਬਣ। ਪਹਿਲਾਂ ਕੇਵਲ ਸਿੱਖ ਹੈ, ਜਿੱਦਣ ਗੁਰੂ ਜੀਵਨ ਵਿੱਚ ਆ ਗਿਆ ਉਦਣ ਗੁਰਸਿੱਖ ਹੈ। ਕਿਉਂ? ਹੁਣ ਉਸ ਦਿਨ ਤੋਂ ਗੁਰੂ ਦੇ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਹੁਣ ਮੇਰਾ ਗੁਰੂ ਹੀ ਮਾਂ ਹੈ, ਗੁਰੂ ਹੀ ਬਾਪ ਹੈ, ਕਿਉਂਕਿ ਹੁਣ ਮੈਂ ਆਪਣੇ ਗੁਰੂ ਦੇ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਚੱਲਦਾ ਹਾਂ। ਜੋ ਮੇਰਾ ਗੁਰੂ ਕਹਿੰਦਾ ਹੈ ਉਹਨੂੰ ਮੈਂ ਜੀਵਨ ਵਿੱਚ ਅਪਣਾ ਕੇ ਚੱਲਦਾ ਹਾਂ, ਕਿਉਂਕਿ ਮੇਰੇ ਵਾਸਤੇ ਗੁਰੂ ਦਾ ਦਰਜਾ ਵੀ ਮਾਂ-ਬਾਪ ਵਰਗਾ ਹੈ। ਪਾਤਸ਼ਾਹ ਦੇ ਨੇ, ਇੱਕ ਮਾਂ-ਬਾਪ ਉਹ ਨੇ ਜਿਨ੍ਹਾਂ ਰਾਹੀਂ ਸਰੀਰ ਮਿਲਿਆ। ਇੱਕ ਮਾਂ-ਬਾਪ ਉਹ ਹੈ ਜਿਹਨੇ ਸਾਨੂੰ ਜੀਵਨ ਜਿਉਣ ਦੀ ਜਾਚ ਸਿਖਾਈ, ਤੇ ਇੱਕ ਮਾਂ-ਬਾਪ ਉਹ ਹੈ ਜਿਹਨੇ ਇਸ ਸਰੀਰ ਵਿੱਚ ਜੋਤ ਟਿਕਾਈ। ਉਹਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਉਹ ਅਕਾਲ ਪੁਰਖ, ਉਹ ਵੀ ਸਾਡਾ ਮਾਂ-ਬਾਪ ਹੈ, ਕਿਉਂਕਿ ਸਾਡੀ ਪਾਲਣਾ ਉਹ ਅਕਾਲ ਪੁਰਖ ਮਾਂ-ਬਾਪ ਵਾਂਗੂ ਹੀ ਕਰਦਾ ਹੈ। ਜਿੱਦਣ ਇਸ ਗੱਲ ਦੀ ਸਮਝ ਆ ਗਈ ਫਿਰ ਸਾਨੂੰ ਪਤਾ ਲੱਗੇਗਾ, ਏਕ ਪਿਤਾ ਏਕਸ ਕੇ ਹਮ ਬਾਰਿਕ। ਜਿੱਦਣ ਇਹ ਗੱਲ ਸਾਨੂੰ ਸਮਝ ਆ ਗਈ ਵੀ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ, ਪਰਮਾਤਮਾ ਨੇ ਸੰਸਾਰ ਵਿੱਚ ਜੋਤ ਪਾ ਕੇ ਸਾਨੂੰ ਘੱਲਿਆ ਤੇ ਉਹ ਅਕਾਲ ਪੁਰਖ ਹੀ ਸਾਡੀ ਪਾਲਣਾ ਕਰ ਰਿਹਾ ਹੈ, ਫਿਰ ਸਮਝ ਆ ਜਾਏਗੀ ਇੱਕੋ ਹੀ ਸਾਡਾ ਪਿਤਾ ਹੈ ਤੇ ਅਸੀਂ ਇੱਕ ਪਿਤਾ ਦੇ ਸਾਰੇ ਬੱਚੇ ਹਾਂ। ਇੱਕ ਪਿਤਾ ਏਕਸ ਕੇ ਹਮ ਬਾਰਿਕ। ਇਹ ਗੱਲ ਦੀ ਸਮਝ ਆ ਜਾਵੇ ਫਿਰ ਪਤਾ ਲੱਗ ਜਾਏਗਾ, ਹਰ ਜੀ ਮਾਤਾ ਹਰ ਜੀ ਪਿਤਾ हर जी प्रतिपालक, हर जी मेरी सार करे, हम हर की बात। पता लग जाएगा, इस गल की समझ आ जाएगी कि भी अकाल पुरख परमात्मा माँ बाप है, वो भी साडी सवाल माँ बाप वांगू करता है। किवें करता है? कभी आप अंदाजा ला के वेखियो, असी सुते हुंदे आ, वो उदों भी जाग रहा होता है, सानू होश नहीं होती। असी बैड ते आ कि थले आ, उत्ते चादर है कि बिस्तरा है, कंबल है, की है, सानू नहीं पता। पर वो मालिक जिहड़ा उदों भी साडे सवासां नूं चला रहा हुंदा है, उदों भी साडी पालना कर रहा हुंदा है। कदी सोच के वेखो, एक छिन वास्ते जे किते सवास सानू चेते करके लेने पैंदे। अज आपां बाणी पढ़दे हां ते आपां माफ करना गिणती मिणती करन लग जांदे हां, बाणी पढ़न लगे गिणती मिणती कर लग जाने हैं। पर जे किते सवास लैंदियां सानू ध्यान रखना पैंदा भी मैं सवास लैना है, ते जे किते बंदा भुल जांदा फिर की हुंदा?
पर किड्डी किरपा है अकाल पुरख की कि उन्हें एक कुदरत दे विच सिस्टम बना दिता है, कानून बना दिता जिहड़ा सारिਆਂ ते लागू हुंदा है। असीं भुल भी जाइए तां भी सवास चल रहे हैं, सानू चेता नहीं है, असीं सुते हुए हैं तां भी सवास चल रहे हैं। ये कौन कर रहा है? साडे शरीर के अंदर ब्लड चल रहा है, आपे ही साफ हो रहा है, आपे ही अकाल पुरख परमात्मा भोजन तो खून बना रहा है। ये सारा कौन कर रहा है? अकाल पुरख। गुरु पातशाह जी कृपा करते हैं, हर आपे माता आपे पिता जिन जियो उपाय जग दिखाया। कह लगे जिन्हें माँ बाप वांग कह लगे तेनू हर एक सुख दिता, हर एक आराम दिता। उन्हें कह लगे इस जीव नू पैदा करके इस जगत दे विच भेजिया, इहदे शरीर की बनतर बनाई, इहदे विच जोत रखी। हर एक कर्म जिहड़ा अकाल पुरख परमात्मा ने करके उनकी जीवन की सोहनी घाट घड़ के इस संसार दे विच घल्लिया। कह लगे इनू इस संसार जिहड़ा वेखण दा मौका मिलिया अकाल पुरख दे राही, ये अकाल पुरख दे राही संसार में आए। तो साहब आखते ने भाई ओही पिता है, ओही माता है, गुर प्रसादी बुझिया तां चलत हुआ, चलत नदरी आया। जेड़ा मनुख गुरु की मेहर राही कह लगे इस गल नूं समझ लैंदा है, बुझ लैंदा है, कह लगे कि ये संसार केवल एक खेड़ है, तो ये संसार अंदर जीव जिहड़े हन कह लगे वो केवल तां केवल एक तमाशे दे न्यायी हन। जिवें कोई खिडारी मैदान दे विच खेड रहा होंदा है, पर उस खेड के कानून जिहड़े हन वो रब ने बनाए ने, खिडारी आप खेडदा है। हाँ, उस खिडारी ने कितनी मेहनत करनी है, कितना खेडना है, कितना दौड़ना है, ये मनुख दे अपने हथ विच है। पर असल दे विच जिन्ना भी कानून है वो रब ने सारी मर्यादा आप बनाई। तो ये संसार इस जगत के अंदर मनुख एक मिट्टी का पुतला आ जेड़ा असल दे विच नच रहा वा ते अकाल पुरख इनू नचा रहा वा। तो पातशाह आखदे ने गुर प्रसादी बुझिया, जितने ज्ञान हो गया भी ये संसार एक तमाशा है, इस जगत नू चलाउण वाला अकाल पुरख जिहड़ा खेड खेड रहा है, तो मैं भी उस खेड का एक हिस्सा एक पार्ट हाँ। बस जिदन इस गल की समझ आ गई, साहब आखदे ने कह नानक शिष्ट का मूल रचिया, जोत राखी तां जग में आया। कि ये शरीर जिहड़ा अकाल पुरख ने बनाया है, तो इस दी जिहड़ी रचना है संसार की वो भी मनुख तो ही बनाई, कह लगे मनुख तो ही बची है। ये जगत जिहड़ा बनया है ये सारे जगत नूं बनाउण वाला अकाल पुरख आप है। कह लगे उन्हें सारे जीवां अंदर अपनी जोत टकाई है, अते उहदी जोत कारण ही मनुख संसार विच जगत दे विच आउंदे हन, उहदी जोत तो बिना नहीं। सो गुरु पातशाह जी कृपा करन, बख्शिश करन प्यारिओ। ये जीवन जिहड़ा है उन्ना चिर जिन्ना चिर जोत है, जोत तो बिना जीवन की फिर कोई वैल्यू कोई कीमत नहीं रह जाती। इस करके पातशाह जी ने आख्या कई बारी बंदा इस शरीर का भी मान करता है, हंकार कर लग जाता है, तो रब्बी बाणी अंदर बचन आता है। साहब आखदे ने प्यारिया कभी इस चीज़ नूं नज़र मार के वेखी, ध्यान नाल वेखी भी ये शरीर भी तेरा नहीं। हालांकि बंदा ये दावा कर देता मेरा शरीर है, शरीर भी बंदे का नहीं। जाग ले हो रे मना जाग ले हो, कहाँ गाफल सोया, जो तन उपजिया संग ही सो भी संग ना होया। वो शरीर भी तेरा अपना नहीं है, जिंदे नाल तू जन्म लैके दुनिया ते संसार विच आया, तेरा अपना नहीं है। इंदा भी तू दावा नहीं कर सकता भी मेरा है, तो यह दावा भी झूठा है। तो पातशाह आखदे ने जिन्ना चिर इस शरीर इस काया विच रब्बी जोत है, उस जोत नूं समझदियां होया तू अपने जीवन नूं बतीत कर, अपने जीवन नूं गुरु दे अनुसार बना, ते अकाल पुरख परमात्मा परमेश्वर दे कीते हुए इस परोपकार दा शुकराना कर कि मालक तेरा शुक्र है कि तू कृपा कीती, जोत रखी ते संसार विच मेरा आउणा होया है, ते मैं संसार विच आके इस कीमती जीवन नूं अजाई ना गवा लवां, बल्कि तेरी जोत नूं पछाण के ते तेरे चरनां नाल जुड़ जावां। साहब साडे सारिਆਂ ते मेहर भरिया हथ रखण, विचारा करदे आं बेअंत भुल्लां होईयां बख्श लैणीਆਂ। वाहिगुरू जी का खालसा, वाहिगुरू जी की फतेह।